ਅੱਜ ਆਪਾਂ ਕਰਾਂਗੇ ਕੰਟੀਨਿਊਟੀ ਆਫ ਫੰਕਸ਼ਨ। 5th ਚੈਪਟਰ ਆਪਣੇ ਕੋਲ ਐਕਸਰਸਾਈਜ਼ ਹੈਗੀ ਆ 5.1। ਇਹਦੇ 'ਚ ਆਪਾਂ ਕਰਾਂਗੇ ਕੰਟੀਨਿਊਸ ਫੰਕਸ਼ਨ ਕਿਹੜਾ ਹੁੰਦਾ ਅਤੇ ਡਿਸਕੰਟੀਨਿਊ ਫੰਕਸ਼ਨ ਕਿਹੜਾ ਹੁੰਦਾ। ਆਪਾਂ ਕੋਈ ਵੀ ਫੰਕਸ਼ਨ ਲੈ ਲਿਆ ਜਿਹੜਾ f(x) ਦੀ ਵੈਲਿਊ ਹੈਗੀ ਹੈ 3 ਜਦੋਂ ਆਪਣੇ ਕੋਲ ਕੀ ਹੈ x ਲੈਸ ਦੈਨ ਜਾਂ ਇਕੁਅਲ ਟੂ 0, 2 ਆ ਜਦੋਂ x ਕੀ ਆਪਣੇ ਕੋਲ ਗ੍ਰੇਟਰ ਦੈਨ 0। ਤਾਂ ਇਸ ਫੰਕਸ਼ਨ ਨੂੰ ਆਪਾਂ ਲੈ ਕੇ ਇੱਕ ਗ੍ਰਾਫ ਬਣਾ ਲਿਆ। ਤਾਂ ਆਪਾਂ ਇਹਦੀ ਡੈਫੀਨੇਸ਼ਨ ਗ੍ਰਾਫਿਕਲੀ ਮੈਂ ਤੁਹਾਨੂੰ ਸਮਝਾ ਦੂੰਗਾ, ਡੈਫੀਨੇਸ਼ਨ ਬੁੱਕ ਤੋਂ ਤੁਸੀਂ ਕਰ ਲਿਓ। ਗ੍ਰਾਫਿਕਲੀ ਆਪਾਂ ਆਹ ਜਿਹੜਾ ਫੰਕਸ਼ਨ ਆ ਉਹ ਡਰਾ ਕੀਤਾ। ਆਪਾਂ 3 ਦੀ ਵੈਲਿਊ ਲੈ ਲਈ ਜਦੋਂ ਇਕੁਅਲ ਟੂ ਅਤੇ ਲੈਸ ਦੈਨ 0 ਆ, 2 ਜਦੋਂ ਗ੍ਰੇਟਰ ਦੈਨ 0x। ਆਪਣੇ ਹੁਣ ਇੱਥੇ ਪੁਆਇੰਟ ਨੂੰ ਇੱਕ ਚੀਜ਼ ਨੋਟ ਕਰਨ ਵਾਲੀ ਹੈ, ਜਦੋਂ ਇਹ ਕੀ ਆ ਲੈਸ ਦੈਨ 0 ਆ ਮੀਨਸ ਜਦੋਂ ਆਪਾਂ ਵੈਲਿਊ ਲਈ f(x) ਦੀ 3 ਤਾਂ ਆਪਣੇ ਕੋਲ ਜਿਹੜੀ ਆਹ ਵਾਈ ਐਕਸਿਸ ਆ, ਵਾਈ ਵਾਲੀ ਲਾਈਨ ਆ, ਵਾਈ ਐਕਸਿਸ ਆ, ਇਹ ਉਦੋਂ ਇਨਕਲੂਡ ਕੀਤੀ ਆਪਾਂ ਕਿਉਂਕਿ ਉਹਨਾਂ ਨੇ ਕੀ ਆਖਿਆ x ਲੈਸ ਦੈਨ 0 ਇਕੁਅਲ ਟੂ, ਦੋਨੇ ਸਾਈਨ ਹੈ, ਇਕੁਅਲ ਟੂ ਦਾ ਸਾਈਨ ਇੱਥੇ ਆਪਣੇ ਕੋਲ ਪਿਆ ਤਾਂ ਆਪਾਂ ਅੱਗੇ ਲਾਈਨ 'ਤੇ ਪੁਆਇੰਟ ਇਨਕਲੂਡ ਕੀਤਾ। ਪਰ ਜਦੋਂ ਉਹਨਾਂ ਨੇ f(x) ਦੀ ਵੈਲਿਊ 2 ਦਿੱਤੀ ਆ ਉਦੋਂ ਉਹਨਾਂ ਨੇ x ਸਿਰਫ ਗ੍ਰੇਟਰ ਦੈਨ 0 ਆਖਿਆ, ਇਕੁਅਲ ਟੂ 0 ਨਹੀਂ ਆਖਿਆ। ਤਾਂ ਆਪਾਂ ਇੱਥੇ ਸਰਕਲ 'ਚ ਮੈਂ ਉਹ ਕੀ ਕਰਤਾ, ਐਕਸਕਲੂਡ ਕਰਤਾ ਪੁਆਇੰਟ, ਵਾਈ ਐਕਸਿਸ ਕੀ ਮੈਂ ਐਕਸਕਲੂਡ ਕਰਤੀ। ਤਾਂ ਹੁਣ ਇੱਥੇ ਜਦੋਂ ਮੈਂ ਇਸ ਥਾਂ ਤੋਂ ਪੈਨ ਲੈ ਕੇ ਚੱਲੂੰਗਾ ਇਸ ਤਰ੍ਹਾਂ ਡਰਾ ਕਰਾਂਗੇ, ਇਸ ਤਰ੍ਹਾਂ ਜਾਂਦੇ ਇੱਥੇ ਕੀ ਮੈਨੂੰ ਪੈਨ ਚੱਕਣਾ ਪੈਣਾ ਕਿਉਂਕਿ ਇੱਥੇ ਆਹ ਪੁਆਇੰਟ ਕੀ ਐਕਸਕਲੂਡਡ ਆ, ਵਿੱਚ ਇਨਕਲੂਡ ਨਹੀਂ ਕਰਦਾ ਫੰਕਸ਼ਨ ਦੇ। ਤਾਂ ਇਹ ਕੀ ਹੋ ਗਿਆ ਇੱਥੇ ਡਿਸਕੰਟੀਨਿਊ ਹੋ ਗਿਆ। ਤਾਂ ਇਹ ਫੰਕਸ਼ਨ ਕੀ ਆਖਾਂਗੇ ਆਪਾਂ, ਡਿਸਕੰਟੀਨਿਊ ਫੰਕਸ਼ਨ ਆ। ਪਰ ਜੇ ਇੱਥੇ ਮੈਂ ਬਿਨਾਂ ਪੈਨ ਚੱਕੇ ਜਾਂ ਪੈਨਸਲ ਚੱਕੇ ਆ ਜਿਹੜੀ ਲਾਈਨ ਹੈ ਡਰਾ ਕਰ ਦਿੰਦਾ ਤਾਂ ਉਹ ਕੀ ਹੋਣਾ ਸੀ, ਕੰਟੀਨਿਊਸ ਫੰਕਸ਼ਨ। ਤਾਂ ਇਹ ਸਿੰਪਲੀ ਦੀ ਇੱਕ ਡੈਫੀਨੇਸ਼ਨ ਹੋ ਗਈ ਵੀ ਜੇ ਆਪਾਂ ਬਿਨਾਂ ਚੱਕੇ ਕਿਸੇ ਵੀ ਫੰਕਸ਼ਨ ਨੂੰ ਗ੍ਰਾਫ 'ਤੇ ਆਪਾਂ ਡਰਾ ਕਰ ਸਕਦੇ ਹਾਂ ਤਾਂ ਉਹ ਕੀ ਆਪਣੇ ਕੋਲ ਇੱਕ ਕੰਟੀਨਿਊ ਫੰਕਸ਼ਨ ਆ। ਤੁਹਾਨੂੰ ਇਸ ਦੀ ਆਪਣੇ ਕੋਲ ਹੈਗੀ ਆ, ਜੇ ਆਪਾਂ ਨੂੰ ਫੰਕਸ਼ਨ ਦਿੱਤਾ ਹੋਵੇ ਤਾਂ ਆਪਾਂ ਨੂੰ ਗ੍ਰਾਫ ਡਰਾ ਕਰਨਾ ਤਾਂ ਔਖਾ, ਤਾਂ ਇਹ ਮੈਥਮੈਟਿਕਲੀ ਇਹਨੂੰ ਆਪਾਂ ਐਕਸਪਲੇਨ, ਇਹਦੀ ਕੰਡੀਸ਼ਨਸ ਆ ਜਾਂਦੀਆਂ ਦੋ, ਵੀ ਆਪਾਂ ਪ੍ਰੂਵ ਕਰਨਾ ਹੋਵੇ ਫੰਕਸ਼ਨ ਕੰਟੀਨਿਊਸ ਆ ਜਾਂ ਡਿਸਕੰਟੀਨਿਊ ਆ। ਤਾਂ ਜੇ ਫੰਕਸ਼ਨ ਕੰਟੀਨਿਊਸ ਆ ਤਾਂ ਉਹਦੇ ਵਾਸਤੇ ਦੋ ਕੰਡੀਸ਼ਨਾਂ ਆ ਜਾਂਦੀਆਂ ਨੈਸੈਸਰੀ ਅਤੇ ਸਫੀਸ਼ੀਐਂਟ। ਜਿਹਦਾ ਆਪਣੇ ਕੋਲ ਫੰਕਸ਼ਨ ਇਸ ਤਰ੍ਹਾਂ ਦਾ ਹੋਵੇ ਮੀਨਸ ਕਿ f(x) ਦੀ ਵੈਲਿਊ ਇੱਕ ਹੀ ਦਿੱਤੀ ਹੋਵੇ ਆਪਣੇ ਕੋਲ, ਤਾਂ ਆਪਾਂ ਆਹ ਕੰਡੀਸ਼ਨ ਯੂਜ਼ ਕਰਾਂਗੇ। ਇਹ ਕੰਡੀਸ਼ਨ ਕੀ ਹੈ, ਲਿਮਿਟ x ਅਪਰੋਚਿਸ ਟੂ c f(x) ਇਜ਼ ਇਕੁਅਲ ਟੂ fc। ਮੀਨਸ ਕਿ ਲਿਮਿਟ ਲਾ ਦੀ ਆਪਾਂ ਕਿਸੇ ਫੰਕਸ਼ਨ 'ਤੇ x ਅਪਰੋਚ ਕਰਕੇ c ਨੂੰ ਅਤੇ ਇਕੁਅਲ ਟੂ ਹੋਊਗਾ fc ਦੇ, ਮੀਨਸ ਫੰਕਸ਼ਨ 'ਚ c ਦੀ ਵੈਲਿਊ ਪੁੱਟ ਕਰਕੇ। ਜੇ ਇਕੁਅਲ ਆ ਤਾਂ ਆਹ ਫੰਕਸ਼ਨ ਕੀ ਆਪਣੇ ਕੋਲ ਕੰਟੀਨਿਊਸ ਆ। ਇਸ ਤਰ੍ਹਾਂ ਦਾ ਕੋਈ ਵੀ ਫੰਕਸ਼ਨ ਹੋਵੇ ਜਿਹਦੇ 'ਚ f(x) ਦੀ ਵੈਲਿਊ ਸਿੰਗਲ ਵੈਲਿਊ ਦਿੱਤੀ ਹੋਵੇ ਤੁਹਾਨੂੰ f(x) ਦੀ, ਤਾਂ ਉਸ 'ਤੇ ਆਪਾਂ ਆਹ ਜਿਹੜੀ ਆਪਣੇ ਕੋਲ ਕੰਡੀਸ਼ਨ ਆ ਇਹ ਯੂਜ਼ ਕਰ ਸਕਦੇ। ਸੈਕਿੰਡ ਕੰਡੀਸ਼ਨ ਆਪਣੇ ਕੋਲ ਕੀ ਆ, ਆ ਲਈ ਲਿਮਿਟ x ਅਪਰੋਚਿਸ ਟੂ c ਪਲੱਸ ਜਾਂ c ਨੂੰ ਰਾਈਟ ਹੈਂਡ ਸਾਈਡ ਵੀ ਕਹਿ ਦਿੰਦੇ ਆ f(x) equal to limit x approaches to negative means c on negative left hand side in a graph f(x) is equal to fc। ਇਹ ਉਸ ਤਰ੍ਹਾਂ ਦੇ ਫੰਕਸ਼ਨ 'ਤੇ ਯੂਜ਼ ਹੁੰਦੀ ਹੈ ਕੰਡੀਸ਼ਨ ਜਦੋਂ ਆਪਣੇ ਕੋਲ f(x) ਦੀ ਵੈਲਿਊ ਜਿਵੇਂ 2 ਦਿੱਤੀ ਹੋਣ, ਜਿਵੇਂ ਇਸ ਫੰਕਸ਼ਨ 'ਚ ਆ x ਵੀ ਦਿੱਤੀ ਆ ਜਦੋਂ x ਕੀ ਹੈ ਗ੍ਰੇਟਰ ਦੈਨ ਔਰ ਇਕੁਅਲ ਟੂ 1, x ਸਕੇਅਰ ਜਦੋਂ x ਕੀ ਹੈ ਲੈਸ ਦੈਨ 1, ਉਦੋਂ ਆਪਾਂ ਆਹ ਕੰਡੀਸ਼ਨ ਵਰਤਣੀ ਆ। ਤਾਂ ਹੁਣ ਬੱਚੇ ਕੀ ਕਨਫਿਊਜ਼ ਹੋ ਜਾਂਦੇ ਆ ਮੀਨਸ ਆਹ ਕੰਡੀਸ਼ਨ ਕਦੋਂ ਵਰਤਣੀ ਆਪਾਂ, ਸੈਕਿੰਡ ਕੰਡੀਸ਼ਨ ਕਦੋਂ ਵਰਤਣੀ ਆ ਅਤੇ ਫਸਟ ਕੰਡੀਸ਼ਨ ਜਿਹੜੀ ਆਹ ਸੀਗੀ ਇਹ ਕਦੋਂ ਵਰਤਣੀ ਆ। ਅਤੇ ਇਹ 'ਚ ਇੱਕ ਕਲੈਰਿਟੀ ਰੱਖੋ ਵੀ ਆਹ ਕੰਡੀਸ਼ਨ ਜਿਹੜੀ ਪਹਿਲੀ ਕੰਡੀਸ਼ਨ ਆ ਉਹ ਉਦੋਂ ਵਰਤਣੀ ਆ ਜਦੋਂ ਆਪਣੇ ਕੋਲ f(x) ਦੀ ਇੱਕ ਵੈਲਿਊ ਦਿੱਤੀ ਹੋਵੇ। ਜਿਵੇਂ ਐਗਜ਼ਾਮਪਲ ਮੈਂ ਤੁਹਾਨੂੰ ਸ਼ੋਅ ਕਰਤੀ, ਇਸ ਤਰ੍ਹਾਂ ਸਿਰਫ ਇੱਕ ਵੈਲਿਊ ਦਿੱਤੀ ਹੋਵੇ ਤਾਂ ਉਦੋਂ ਆਹ ਕੰਡੀਸ਼ਨ ਵਰਤਾਂਗੇ। ਤਾਂ ਇਹਦੇ ਨਾਲ ਤੁਹਾਨੂੰ ਜੇ ਇਹ ਇਕੁਅਲ ਆਉਂਦੇ ਆ ਤਾਂ ਪਤਾ ਲੱਗ ਜਾਊ ਵੀ ਫੰਕਸ਼ਨ ਕੰਟੀਨਿਊਸ ਆ, ਜੇ ਇਕੁਅਲ ਨਹੀਂ ਆਉਂਦੇ ਗੇ ਤਾਂ ਇਹ ਕੀ ਆ, ਫੰਕਸ਼ਨ ਡਿਸਕੰਟੀਨਿਊ ਆ। ਤਾਂ ਸੈਕਿੰਡ ਜਿਹੜੀ ਕੰਡੀਸ਼ਨ ਆ ਉਹ ਵਰਤਣੀ ਆ ਜਦੋਂ f(x) ਦੀਆਂ 2 ਜਾਂ 2 ਤੋਂ ਜ਼ਿਆਦਾ ਵੈਲਿਊ ਹੋਣ। ਇੱਥੇ ਹੋਰ ਵੀ ਵੈਲਿਊ ਹੋ ਸਕਦੀਆਂ x³ x+1 ਇਸ ਤਰ੍ਹਾਂ ਦੀਆਂ ਹੋਰ ਕਈ ਵੈਲਿਊ ਹੋ ਸਕਦੀਆਂ ਸੀਗੀਆਂ f(x) ਦੀਆਂ, ਤਾਂ ਉਦੋਂ ਆਹ ਕੰਡੀਸ਼ਨ ਵਰਤਣੀ ਆਪਣੇ ਕੋਲ। ਤਾਂ ਇਹ ਸੀਗੀਆਂ ਕੰਡੀਸ਼ਨ। ਹੁਣ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ, ਮੈਂ ਦੋਨਾਂ ਕੰਡੀਸ਼ਨ ਦੀ ਇੱਕ ਐਗਜ਼ਾਮਪਲ ਲੈ ਕੇ ਕਰਵਾ ਦੂੰਗਾ। ਪਹਿਲਾਂ ਆਪਾਂ ਪਹਿਲੀ ਕੰਡੀਸ਼ਨ ਵਾਲੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਆਪਣੇ ਕੋਲ f(x) ਦਿੱਤਾ x², ਆਪਾਂ ਪ੍ਰੂਵ ਕਰਨਾ ਇਹ ਕੰਟੀਨਿਊਸ, ਵੇਖਣਾ ਵੀ ਇਹ ਕੰਟੀਨਿਊਸ ਆ
x ਇਕੁਅਲ ਟੂ 2 ਤੇ ਜਾਂ ਡਿਸਕੰਟੀਨਿਊ ਆ ਤਾਂ ਯੂਜ਼ ਕਰਾਂਗੇ ਆਪਾਂ ਇਹ 'ਚ ਪਹਿਲੀ ਕੰਡੀਸ਼ਨ ਜਿਹੜੀ ਆਪਣੇ ਕੋਲ ਸੀਗੀ ਲਿਮਿਟ x ਅਪਰੋਚਿਸ ਟੂ c fx fc, ਠੀਕ ਆ। ਇਹ 'ਚ ਆਪਾਂ ਯੂਜ਼ ਕਰਾਂਗੇ। ਹੁਣ ਇੱਥੇ fx ਆਪਣੇ ਕੋਲ x ਸਕੇਅਰ ਆ ਅਤੇ c ਦੀ ਵੈਲਿਊ ਇੱਥੇ ਆਪਣੇ ਕੋਲ ਕੀ ਆ 2। c ਦੀ ਵੈਲਿਊ ਉਹ ਵੈਲਿਊ ਹੁੰਦੀ ਆ ਜਿਹਦੇ 'ਤੇ ਆਪਾਂ ਫੰਕਸ਼ਨ ਵੇਖਣਾ ਹੋਵੇ ਵੀ ਕੰਟੀਨਿਊ ਆ ਜਾਂ ਡਿਸਕੰਟੀਨਿਊ ਆ ਤਾਂ ਉਹ c ਦੀ ਵੈਲਿਊ ਉਹ ਲਈ ਦੀ ਆ। ਤਾਂ ਇੱਥੇ ਆਪਾਂ x ਇਕੁਅਲ ਟੂ 2 'ਤੇ ਵੇਖਣਾ ਵੀ ਆਹ ਫੰਕਸ਼ਨ ਜਿਹੜਾ ਗਿਵਨ ਆ ਇਹ ਕੰਟੀਨਿਊਸ ਆ ਜਾਂ ਡਿਸਕੰਟੀਨਿਊ ਆ। ਤਾਂ ਹੁਣ ਇੱਥੇ c ਦੀ ਵੈਲਿਊ c fx ਦੀ ਜਗ੍ਹਾ 'ਤੇ x ਸਕੇਅਰ ਪੁੱਟ ਕਰਤਾ, fx ਦੀ ਵੈਲਿਊ ਆਪਣੇ ਕੋਲ ਕੀ x ਸਕੇਅਰ ਉਹ ਪੁੱਟ ਕਰਤੀ, c ਦੀ ਜਗ੍ਹਾ 'ਤੇ 2 ਪੁੱਟ ਕਰਤਾ ਕਿਉਂਕਿ ਆਪਾਂ 2 'ਤੇ ਵੇਖਣਾ ਫੰਕਸ਼ਨ ਕੰਟੀਨਿਊ ਜਾਂ ਡਿਸਕੰਟੀਨਿਊ। ਹੁਣ ਇਹਨਾਂ ਨੂੰ ਆਪਾਂ ਲਿਮਿਟ ਜਦੋਂ ਇਹ ਅਪਰੋਚ ਕਰਾਂਗੇ 2 ਨੂੰ ਤਾਂ x ਦੀ ਜਗ੍ਹਾ ਜਿੱਥੇ ਵੀ x ਹੋਵੇ ਭਾਵੇਂ ਕਿੰਨਾ ਵੀ ਮਰਜ਼ੀ ਲੰਮਾ ਫੰਕਸ਼ਨ ਹੁੰਦਾ ਆਪਣੇ ਕੋਲ x ਸਕੇਅਰ ਪਲੱਸ x ਕਿਊਬ ਹੁੰਦਾ ਜਾਂ x4 ਹੁੰਦਾ ਜਾਂ 2x ਹੁੰਦਾ, ਕੁਝ ਵੀ ਹੁੰਦਾ ਆਪਣੇ ਕੋਲ ਇੱਥੇ। ਤਾਂ ਜਿੱਥੇ ਜਿੱਥੇ x ਹੁੰਦਾ ਆਪਣੇ ਕੋਲ ਉੱਥੇ 'ਤੇ ਆਪਾਂ ਕੀ ਪੁੱਟ ਕਰ ਦਿੰਦੇ 2, ਤਾਂ 2 ਪੁੱਟ ਕਰਕੇ ਆਪਾਂ ਸੋਲਵ ਕਰ ਲੈਂਦੇ ਤਾਂ ਆਪਣੇ ਕੋਲ ਵੈਲਿਊ ਆ ਜਾਣੀ ਸੀਗੀ। ਤਾਂ ਇਸ ਤਰ੍ਹਾਂ ਇੱਥੇ ਆਪਣੇ ਕੋਲ ਇੱਕ ਹੀ x ਸਕੇਅਰ ਹੈ ਤਾਂ ਇੱਥੇ x ਦੀ ਜਗ੍ਹਾ ਆਪਾਂ ਪੁੱਟ ਕਰਾਂਗੇ 2, ਤਾਂ 2 ਕੀ ਬਣ ਗਿਆ 4 ਕਿਉਂਕਿ ਇੱਥੇ x ਦਾ ਕੀ ਹੈ ਸਕੇਅਰ ਆ, 2 ਦਾ ਸਕੇਅਰ ਕੀ ਹੁੰਦਾ 4। ਤਾਂ ਇਸ ਤਰ੍ਹਾਂ ਆਪਣੇ ਕੋਲ ਲਿਮਿਟ ਆ ਗਈ। ਤਾਂ ਹੁਣ ਆਪਾਂ ਕੀ ਪ੍ਰੂਵ ਕਰਨਾ, ਇਹ ਸੀਗੀ ਆਪਣੇ ਕੋਲ ਲੈਫਟ ਹੈਂਡ ਸਾਈਡ। ਹੁਣ ਆਪਾਂ ਪ੍ਰੂਵ ਕਰਾਂਗੇ ਰਾਈਟ ਹੈਂਡ ਸਾਈਡ ਦੀ ਵੈਲਿਊ ਲੱਭਾਂਗੇ ਆਪਣੇ ਕੋਲ ਕਿੰਨੀ ਹੁੰਦੀ ਆ। ਰਾਈਟ ਸਾਈਡ ਮੀਨਸ fx ਦੀ ਜਗ੍ਹਾ x ਦੀ ਜਗ੍ਹਾ ਕੀ ਪੁੱਟ ਕਰਾਂਗੇ ਆਪਾਂ c, ਇਸ ਤਰ੍ਹਾਂ ਰਾਈਟ ਹੈਂਡ ਸਾਈਡ fc ਲੱਭਣੀ ਆਪਾਂ ਰਾਈਟ ਹੈਂਡ ਸਾਈਡ, c ਕੀ ਆਪਣੇ ਕੋਲ 2 ਪੁੱਟ ਕਰਤੇ ਤਾਂ ਆਪਣੇ ਕੋਲ fx ਫੰਕਸ਼ਨ ਕਿਹੜਾ ਆਲਾ ਫੰਕਸ਼ਨ ਸੀਗਾ ਆਪਣੇ ਕੋਲ। ਤਾਂ ਇਸ ਫੰਕਸ਼ਨ 'ਚ ਆਪਾਂ x ਦੀ ਜਗ੍ਹਾ 2 ਪੁੱਟ ਕਰਤੀ ਤਾਂ ਉਹਦੀ ਵੈਲਿਊ ਕਿੰਨੀ ਆ ਰਹੀ 4। ਤਾਂ ਇੱਥੇ ਆਪਣੇ ਕੋਲ ਰਾਈਟ ਹੈਂਡ ਸਾਈਡ ਕਾਹਦੀ ਕੋਲ ਆ ਗਈ ਲੈਫਟ ਹੈਂਡ ਸਾਈਡ ਦੇ। ਤਾਂ ਆਪਾਂ ਕਹਿ ਸਕਦੇ ਹਾਂ ਆ ਜਿਹੜਾ ਆਪਣੇ ਕੋਲ ਫੰਕਸ਼ਨ ਆ ਇਹ ਕੀ ਆ ਕੰਟੀਨਿਊਸ ਆ ਐਟ x ਇਜ਼ ਇਕੁਅਲ ਟੂ 2। ਤਾਂ ਹੁਣ ਆਪਾਂ ਦੂਜੀ ਐਗਜ਼ਾਮਪਲ ਕਰਦੇ ਹਾਂ। ਦੂਜੀ ਐਗਜ਼ਾਮਪਲ ਕੀ ਆਪਣੇ ਕੋਲ fx ਦੀ ਵੈਲਿਊ ਦਿੱਤੀ ਹੈ x, ਜਦੋਂ x ਕੀ ਆ ਗ੍ਰੇਟਰ ਦੈਨ ਜਾਂ ਇਕੁਅਲ ਟੂ 1, x ਦੀ ਵੈਲਿਊ x ਸਕੇਅਰ ਆ ਜਦੋਂ ਆਪਣੇ ਕੋਲ ਕੀ ਹੈ x ਦੀ ਲੈਸ ਦੈਨ 1 ਤੋਂ। ਤਾਂ ਹੁਣ ਆਪਾਂ ਇੱਥੇ ਸੈਕਿੰਡ ਕੰਡੀਸ਼ਨ ਯੂਜ਼ ਕਰਾਂਗੇ ਕਿਉਂਕਿ ਆਪਣੇ ਕੋਲ ਇੱਥੇ 2 ਵੈਲਿਊਜ਼ ਦਿੱਤੀਆਂ fx ਦੀਆਂ, x ਅਤੇ ਦੂਜੀ ਕੀ ਹੈ x ਸਕੇਅਰ। ਤਾਂ ਉਹਨੇ 'ਤੇ ਆਪਾਂ ਵੇਖਾਂਗੇ ਇਹ ਫੰਕਸ਼ਨ ਇਸ ਪੁਆਇੰਟ 'ਤੇ ਮੀਨਸ 1 'ਤੇ ਆਪਣੇ ਕੋਲ ਕੰਟੀਨਿਊਸ ਆ ਜਾਂ ਡਿਸਕੰਟੀਨਿਊ। ਹੁਣ ਕਈ ਵਾਰ ਕੀ ਹੁੰਦਾ ਇੱਥੇ ਜੇ ਆਪਣੇ ਕੋਲ 2 ਵੈਲਿਊਜ਼ ਮੰਨ ਲਓ ਹੋਰ ਹੁੰਦੀ ਆਪਣੇ ਕੋਲ x ਦੀ ਮੰਨ ਲਓ x - 1 ਹੁੰਦੀ, ਉਹ ਹੁੰਦੀ x ਇਕੁਅਲ ਟੂ ਲੈਸ ਦੈਨ ਇਕੁਅਲ ਟੂ 2, x ਪਲੱਸ 2 ਹੁੰਦੀ, x ਗ੍ਰੇਟਰ ਦੈਨ 2 ਹੁੰਦੀ। ਤਾਂ ਇੱਥੇ ਜੇ ਮੰਨ ਲਓ ਹੋਰ ਵੀ ਆਪਣੇ ਕੋਲ ਕਈ ਹੁੰਦੀਆਂ ਤਾਂ ਉਹਦੇ 'ਚ ਕੀ ਆਪਾਂ 2 ਪੁਆਇੰਟਸ ਹੋ ਜਾਣੇ ਸੀਗੇ ਤਾਂ ਦੋਨੋਂ ਪੁਆਇੰਟਸ 'ਤੇ ਆਪਾਂ ਪ੍ਰੂਫ ਕਰਨਾ ਸੀਗਾ। ਇੱਥੇ ਆਪਣੇ ਕੋਲ 1 ਪੁਆਇੰਟ ਤਾਂ 1 ਪੁਆਇੰਟ 'ਤੇ ਆਪਾਂ ਪ੍ਰੂਫ ਕਰਾਂਗੇ। ਜੇ 2 ਪੁਆਇੰਟ ਹੁੰਦੇ ਇੱਥੇ ਇਸ ਏਰੀਏ 'ਚ ਜਿੱਥੇ ਆਪਾਂ ਇਫ ਲੈ ਕੇ ਚੱਲਦੇ ਹੁੰਦੇ ਹਾਂ, ਜੇ ਇੱਥੇ 2 ਵੈਲਿਊਜ਼ ਹੁੰਦੀਆਂ ਤਾਂ ਦੋਨੋਂ ਵੈਲਿਊਜ਼ 'ਤੇ ਆਪਾਂ ਕੰਟੀਨਿਊਸ ਜਾਂ ਡਿਸਕੰਟੀਨਿਊ ਪ੍ਰੂਵ ਕਰਨਾ ਹੁੰਦਾ। ਤਾਂ ਉਸ ਗੱਲ ਦਾ ਵੀ ਥੋੜ੍ਹਾ ਜਿਹਾ ਖਿਆਲ ਰੱਖਣਾ। ਤਾਂ ਆਪਾਂ ਇਹਦੇ 'ਚ ਹੁਣ ਉਸੇ ਤਰ੍ਹਾਂ ਪਹਿਲਾਂ ਆਪਾਂ ਕੀ ਆ c ਦੀ ਵੈਲਿਊ ਇੱਥੇ ਆਪਣੇ ਕੋਲ ਕੀ ਆ 1, ਤਾਂ ਪਹਿਲਾਂ ਆਪਾਂ c ਨੈਗੇਟਿਵ ਲੈ ਕੇ ਚੱਲਾਂਗੇ। ਆਹ ਲੈ ਆਪਾਂ ਵਿਚਾਲੜੀ ਚੀਜ਼ ਆਪਾਂ ਪ੍ਰੂਵ ਕਰਾਂਗੇ, ਇਹਦੀ ਵੈਲਿਊ ਲੱਭਾਂਗੇ ਆਪਾਂ ਇਹਦੀ ਵੈਲਿਊ ਲੱਭਦੇ ਲਿਮਿਟ c ਦੀ ਵੈਲਿਊ 1 fx ਦੀ ਵੈਲਿਊ ਜਦੋਂ ਹੁਣ ਇੱਥੇ ਕੀ ਆਪਣੇ ਕੋਲ c ਦੀ ਵੈਲਿਊ 1 ਆ, ਆਪਾਂ ਇਹਨੂੰ ਚੇਂਜ ਕਰ ਲਾਂਗੇ, ਲਿਮਿਟਸ ਨੂੰ ਚੇਂਜ ਕਰਤਾ ਆਪਾਂ। x ਦੀ ਜਗ੍ਹਾ ਕੀ ਲੈਂਦਾ ਆਪਾਂ h ਅਪਰੋਚ ਕਰਕੇ 0 ਨੂੰ, ਅਤੇ x ਦੀ ਜਗ੍ਹਾ 'ਤੇ ਆਪਾਂ ਕੀ ਚੇਂਜ ਕਰਤਾ 1 - h। ਇਹ ਕੀ ਹੈ ਜਦੋਂ ਆਪਣੇ ਕੋਲ ਇੱਥੇ ਕੀ ਆ c ਨੈਗੇਟਿਵ ਜਾਂ 1 ਨੈਗੇਟਿਵ ਕਹਿ ਸਕਦੇ ਹੋ ਤੁਸੀਂ, ਤਾਂ ਕਿ ਆਪਾਂ 1 - h ਕਰਾਂਗੇ। ਜੇ ਉਸੇ ਤਰ੍ਹਾਂ ਆਪਣੇ ਕੋਲ ਇੱਥੇ ਹੁੰਦਾ c ਪੋਜ਼ੀਟਿਵ ਤਾਂ ਉੱਥੇ ਕੀ ਕਰਨਾ ਸੀ 1 + h ਕਰਨਾ ਸੀ। ਤਾਂ ਇੱਥੇ ਆਪਣੇ ਕੋਲ 1 ਨੈਗੇਟਿਵ ਆ ਤਾਂ ਆਪਾਂ ਕੀ ਇੱਥੇ ਕਰਾਂਗੇ f 1 - h। ਤਾਂ ਹੁਣ ਇੱਥੇ ਆਪਣੇ ਕੋਲ ਕੀ ਆ ਗਿਆ 1 - h ਨੂੰ ਆਪਾਂ ਪੁੱਟ ਕਰਾਂਗੇ x ਦੀ ਜਗ੍ਹਾ 'ਤੇ ਫੰਕਸ਼ਨ 'ਚ। ਆਪਣੇ ਕੋਲ ਫੰਕਸ਼ਨ ਇਹ ਕੀ ਹੈ ਨੈਗੇਟਿਵ ਆ ਸਾਈਨ। ਨੈਗੇਟਿਵ ਕੀ ਹੁੰਦਾ ਆਪਣੇ ਕੋਲ ਲੈਫਟ ਹੈਂਡ ਸਾਈਡ 'ਤੇ ਜੇ ਆਪਾਂ ਇਸ ਗ੍ਰਾਫ 'ਤੇ ਆਪਾਂ ਵੇਖ ਗਏ ਤਾਂ ਨੈਗੇਟਿਵ ਸਾਈਡ ਕੀ ਹੁੰਦੀ ਆਪਣੇ ਕੋਲ ਲੈਫਟ ਹੈਂਡ ਸਾਈਡ। ਤਾਂ ਉਸੇ ਤਰ੍ਹਾਂ ਆਪਾਂ ਕੀ ਆ ਲੈਫਟ ਹੈਂਡ ਸਾਈਡ ਦਾ ਮਤਲਬ ਕੀ ਹੈ ਲੈਸ ਦੈਨ 0।
ठीक है। तो इतने अपने को पॉइंट किस ते प्रूव करना ਆਪਾਂ ਮੈਨੇ ਆਪਾਂ ਪ੍ਰੂਵ ਕਰਨਾ ਕੰਟੀਨਿਊਟੀ ਫੰਕਸ਼ਨ ਨੂੰ ਵੇਖਣੀ ਆਪਾਂ 1 ਤੇ, ਤਾਂ 1 ਦੇ ਲੈਫਟ ਹੈਂਡ ਸਾਈਡ ਤੇ ਮੀਨਸ ਕਿ ਲੈਸ ਦੈਨ ਤੇ ਨੈਗੇਟਿਵ ਆ ਤਾਂ ਆਪਾਂ ਲੈਫਟ ਹੈਂਡ ਸਾਈਡ ਵੇਖਾਂਗੇ। ਲੈਫਟ ਹੈਂਡ ਸਾਈਡ ਮੀਨਸ ਲੈਸ ਦੈਨ 1। ਲੈਸ ਦੈਨ 1 ਫੰਕਸ਼ਨ ਕਿਹੜਾ ਆਪਣੇ ਕੋਲ ਐਕਸ ਸਕੁਅਰ, ਤਾਂ ਆਪਾਂ ਐਕਸ ਸਕੁਅਰ 'ਚ ਆਪਾਂ 1 ਮਾਈਨਸ ਐਚ ਸਕੁਅਰ ਪੁੱਟ ਕਰਤੇ ਆ, ਤਾਂ ਲਿਮਿਟਸ ਪੁੱਟ ਕੀਤੀਆਂ, ਐਚ ਅਪਰੋਚਿਸ 0 ਹੋ ਗਿਆ, ਤਾਂ ਇਹਦੀ ਵੈਲਿਊ ਕੀ ਆ ਗਈ ਆਪਣੇ ਕੋਲ 1 ਆ ਗਈ। ਤਾਂ ਹੁਣ ਆਪਾਂ ਕੀ ਕਰਾਂਗੇ ਪੋਜ਼ਿਟਿਵ 1 ਪੋਜ਼ਿਟਿਵ ਲੈ ਕੇ ਆਪਾਂ ਪ੍ਰੂਵ ਕਰਾਂਗੇ। ਇਹਦੇ 'ਚ ਆਪਣੇ ਕੋਲ ਕੀ ਆ ਗਿਆ ਪੋਜ਼ਿਟਿਵ ਆ ਮੀਨਸ ਕਿ ਰਾਈਟ ਹੈਂਡ ਸਾਈਡ ਆਫ ਗ੍ਰਾਫ। ਰਾਈਟ ਹੈਂਡ ਸਾਈਡ ਮਤਲਬ ਇੱਥੇ ਕੀ ਆਪਣੇ ਕੋਲੇ ਐਕਸ ਜਦੋਂ ਆਪਣੇ ਕੋਲੇ ਗ੍ਰੇਟਰ ਦੈਨ 1 ਹੋਊਗਾ, ਤਾਂ ਜਦੋਂ ਗ੍ਰੇਟਰ ਦੈਨ 1 ਆ ਉਹਦਾ ਐਫ ਐਕਸ ਦੀ ਵੈਲਿਊ ਕਿੰਨੀ ਆ ਐਕਸ, ਤਾਂ ਉਹ ਲੈ ਕੇ ਆਪਾਂ ਸੇਮ ਉਹ ਆਪਾਂ ਐਫ ਐਕਸ ਉਸੇ ਤਰ੍ਹਾਂ ਇੱਥੇ ਪੋਜ਼ਿਟਿਵ ਹੈ ਤਾਂ 1 ਪਲੱਸ ਐਚ ਹੋ ਗਿਆ, ਨੈਗੇਟਿਵ ਸੀਗਾ ਤਾਂ ਆਪਾਂ ਮਾਈਨਸ ਕੀਤਾ ਸੀਗਾ, ਤਾਂ ਉਸੇ ਤਰ੍ਹਾਂ ਇਹਨੂੰ ਆਪਾਂ ਸੋਲਵ ਕਰਕੇ ਐਚ ਦੀ ਵੈਲਿਊ ਇਹ ਵੀ 1 ਆ ਗਈ। ਉਦੋਂ ਬਾਅਦ 'ਚ ਆਪਾਂ ਕੀ ਪ੍ਰੂਫ ਲੱਭਣਾ ਐਫ ਸੀ ਮੀਨਸ F1 ਦੀ ਵੈਲਿਊ ਪੁੱਟ ਕੀ ਆ ਜਾਓ ਆਪਣੇ ਕੋਲੇ 1, ਤਾਂ ਤਿੰਨੇ ਕੀ ਕੰਡੀਸ਼ਨ ਹੋ ਗਈ ਤਿੰਨੇ ਦੀ ਵੈਲਿਊ ਕਿੰਨੀ ਆ ਗਈ 1 1, ਤਾਂ ਤਿੰਨੇ ਕੀ ਇਹ ਇਕੁਅਲ, ਤਾਂ ਇਹ ਆਪਣੇ ਕੋਲ ਪ੍ਰੂਫ ਹੋ ਗਿਆ। ਤਾਂ ਥੋੜ੍ਹਾ ਜਿਹਾ ਇਹਨੂੰ ਆਪਾਂ ਮੈਂ ਰਿਪੀਟ ਕਰ ਦੇਣਾ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗੇ। ਇਹ 'ਚ ਜਿਹੜੇ ਕੋਈ ਵੀ ਜਵਾਕ ਕਿੱਥੇ ਕਨਫਿਊਜ਼ ਹੁੰਦਾ ਜਦ ਇੱਕ ਤਾਂ ਕਨਫਿਊਜ਼ ਹੁੰਦਾ ਇਸ 'ਚ ਜਦੋਂ ਨੈਗੇਟਿਵ ਆ ਉਦੋਂ ਕਿਹੜੀ ਫੰਕਸ਼ਨ ਲੈਣਾ, ਜਦੋਂ ਇਹ ਸੀ ਪੋਜ਼ੀਟਿਵ ਆ ਉਦੋਂ ਕਿਹੜਾ ਫੰਕਸ਼ਨ ਲੈਣਾ। ਤਾਂ ਇੱਥੇ ਯਾਦ ਰੱਖੋ ਸੀ ਪੋਜ਼ੀਟਿਵ ਦਾ ਮਤਲਬ ਰਾਈਟ ਹੈਂਡ ਸਾਈਡ ਆਫ ਦਾ ਗ੍ਰਾਫ ਮੀਨਸ ਰਾਈਟ ਹੈਂਡ ਸਾਈਡ ਦਾ ਮਤਲਬ ਕੋਈ ਵੀ ਪੁਆਇੰਟ ਦਿੱਤਾ, ਇੱਥੇ ਦੀ 1 ਦਿੱਤਾ ਆਪਣੇ ਕੋਲੇ, ਤਾਂ 1 ਤੋਂ ਗ੍ਰੇਟਰ ਵਾਲੇ ਫੰਕਸ਼ਨ ਲੈਣਾ। ਜਿਵੇਂ ਇੱਥੇ 1 ਤੋਂ ਗ੍ਰੇਟਰ ਵਾਲਾ ਫੰਕਸ਼ਨ ਕਿਹੜਾ ਐਕਸ, ਇੱਥੇ ਤਾਂ ਉਹਨਾਂ ਨੇ ਇੱਧਰ ਵੇਖੋ ਐਕਸ ਕੀ ਹੈ ਗ੍ਰੇਟਰ ਦੈਨ 1 ਮੀਨਸ ਇਹ ਕੀ ਹੈ ਰਾਈਟ ਹੈਂਡ ਸਾਈਡ 'ਤੇ ਆ, ਤਾਂ ਜਦੋਂ ਆਹ ਵੈਲਿਊ ਲੱਭਣੀ ਆਪਾਂ ਲਿਮਿਟ ਐਕਸ ਅਪਰੋਚਿਸ ਟੂ ਸੀ ਪੋਜ਼ੀਟਿਵ ਵਾਲੀ ਵੈਲਿਊ ਲੱਭਣੀ ਆ, ਤਾਂ ਉਦੋਂ ਫੰਕਸ਼ਨ ਦੀ ਵੈਲਿਊ ਕਿਉਂ ਲਵਾਂਗੇ ਐਕਸ। ਅਤੇ ਜਦੋਂ ਸੀ ਨੈਗੇਟਿਵ ਮੀਨਸ ਲੈਫਟ ਹੈਂਡ ਸਾਈਡ ਦਾ ਮਤਲਬ ਜਦੋਂ ਐਕਸ ਕੀ ਆ ਲੈਸ ਦੈਨ 1 ਆ, ਤਾਂ ਉਹ ਫੰਕਸ਼ਨ ਲੈਣਾ ਆਪਾਂ ਇੱਥੇ ਇਸ ਫੰਕਸ਼ਨ ਦੀ ਜਗ੍ਹਾ 'ਤੇ ਲੈਸ ਦੈਨ ਫੰਕਸ਼ਨ ਐਕਸ ਜਦੋਂ ਲੈਸ ਦੈਨ 1 ਆ ਉਦੋਂ ਫੰਕਸ਼ਨ ਕੀ ਹੈ ਐਕਸ ਸਕੁਅਰ, ਤਾਂ ਇੱਥੇ ਆਪਾਂ ਇਸ ਫੰਕਸ਼ਨ ਦੀ ਜਗ੍ਹਾ ਕੀ ਲਵਾਂਗੇ ਐਕਸ ਸਕੁਅਰ। ਅਤੇ ਆਹ ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਸੀ ਕੀ ਆ ਇਕੁਅਲ ਟੂ ਹੋਵੇ 1 ਦੇ ਇਕੁਅਲ ਟੂ ਦਾ ਸਾਈਨ ਐਸ 'ਚ ਤਾਂ ਐਕਸ ਆ ਗਈ ਆਪਣੇ ਕੋਲ। ਤਾਂ ਇਹ ਥੋੜ੍ਹਾ ਜਿਹਾ ਬਾਕੀ ਸੌਖਾ ਹੀ ਇੰਨਾ ਕੋਈ ਹੈ ਨਹੀਂ ਗਾ, ਬਸ ਇੱਥੇ ਹੀ ਕਨਫਿਊਜ਼ ਹੁੰਦੇ ਜਵਾਕ ਨੈਗੇਟਿਵ 'ਤੇ ਪੋਜ਼ੀਟਿਵ ਲੈਫਟ ਹੈਂਡ ਸਾਈਡ 'ਤੇ। ਸੋ ਫਿਰ ਵੀ ਜੇ ਕੋਈ ਵੀ ਡਾਊਟ ਹੋਵੇ ਤਾਂ ਮੈਨੂੰ YouTube 'ਤੇ ਵੀ ਕਮੈਂਟ ਕਰਕੇ ਪੁੱਛ ਸਕਦੇ ਆ, ਇੰਸਟਾਗ੍ਰਾਮ 'ਤੇ ਵੀ ਮੇਰਾ ਅਕਾਊਂਟ ਬਣਿਆ ਹੋਇਆ, ਉਸ 'ਤੇ ਵੀ ਅਕਾਊਂਟ ਦਾ ਨੇਮ ਹੈਗਾ ਇੰਜੀਨੀਅਰਸ ਐਜੂਕੇਟਰ ਸੇਮ, ਉਸ 'ਤੇ ਵੀ ਪੁੱਛ ਸਕਦੇ ਕੋਈ ਵੀ ਡਾਊਟ ਹੋਵੇ, ਜਾਂ ਫੇਸਬੁੱਕ 'ਤੇ ਵੀ ਪੇਜ ਹੈਗਾ ਇੰਜੀਨੀਅਰਸ ਐਜੂਕੇਟਰ ਦੇ ਨਾਂ 'ਤੇ, ਉੱਥੇ ਵੀ ਤੁਸੀਂ ਮੇਰੇ ਤੋਂ ਕੋਈ ਵੀ ਡਾਊਟ ਕਿਸੇ ਤਰ੍ਹਾਂ ਦਾ ਵੀ ਹੋਵੇ, ਕਿਸੇ ਵੀ ਸਬਜੈਕਟ ਮੈਥ ਫਿਜ਼ਿਕਸ ਕੈਮਿਸਟਰੀ 'ਚ ਹੋਵੇ +2 ਤੋਂ ਲੈ ਕੇ 9th ਤੱਕ, ਤਾਂ ਉਹ ਮੇਰੇ ਤੋਂ ਉੱਥੇ ਡਾਊਟ ਕਲੀਅਰ ਕਰ ਸਕਦੇ ਹੋ ਤੁਸੀਂ ਫ੍ਰੀ ਆਫ ਕਾਸਟ। ਮੈਂ ਤੁਹਾਨੂੰ ਤੁਹਾਡਾ ਡਾਊਟ ਕਲੀਅਰ ਕਰਕੇ ਦਊਂਗਾ, ਜਾਂ ਕਈ ਵਾਰੀ ਕੋਈ ਹੁੰਦਾ ਕੁਐਸਚਨ ਨਹੀਂ ਹੋਰ ਸੋਲਵ ਹੋ ਰਿਹਾ ਹੁੰਦਾ ਤਾਂ ਉਹ ਮੈਨੂੰ ਉੱਥੇ ਮੈਸੇਜ ਛੱਡੋ ਫੇਸਬੁੱਕ 'ਤੇ ਇੰਸਟਾਗ੍ਰਾਮ 'ਤੇ ਜਾਂ YouTube 'ਤੇ ਕਮੈਂਟ ਕਰਕੇ, ਤਾਂ ਮੈਂ ਜਿੰਨੀ ਜਲਦੀ ਹੋ ਸਕਿਆ ਤੁਹਾਡੀ ਉਹ ਡਾਊਟ ਕਲੀਅਰ ਕਰਕੇ ਦਊਂਗਾ। ਤਾਂ ਥੈਂਕ ਯੂ।